ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਸਾਰੇ ਹੀ ਦਰਸ਼ਕਾਂ ਦਾ ਐਡਮਿੰਟਨ ਸਟੂਡੀਓ ਤੋਂ ਸਵਾਗਤ ਹੈ ਜੀ ਆਇਆਂ ਨੂੰ। ਮਨਜੀਤ ਸਿੰਘ ਫਿਰਮਾਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਐਡਮਿੰਟਨ ਡਾਇਰੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਐਡਮਿੰਟਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਮਾਹਰਾਂ ਨੂੰ ਬੁਲਾ ਕੇ ਤੁਹਾਡੇ ਨਾਲ ਮੁਲਾਕਾਤ ਕਰਾਉਂਦੇ ਹਾਂ। ਸੋ ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ ਹਨ ਸਰਦਾਰ ਜਸਜੀਤ ਸਿੰਘ ਜੀ ਬਾਵਾ, ਜਿਹੜੇ ਕਿ ਪੰਜਾਬ ਇੰਸ਼ੋਰੈਂਸ ਐਡਮਿੰਟਨ ਦੇ ਸੀਨੀਅਰ ਮੈਨੇਜਰ ਹਨ। ਆਓ ਜੀ ਇਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ। ਬਾਵਾ ਜੀ, ਆਪ ਜੀ ਦਾ ਪ੍ਰੋਗਰਾਮ ਐਡਮਿੰਟਨ ਡਾਇਰੀ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮਨਜੀਤ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਇਸ ਵੇਲੇ ਪੰਜਾਬੀ ਨੈਸ਼ਨਲ ਦੇ ਨਾਲ ਜੁੜੇ ਹੋਏ ਹਨ। ਔਰ ਆਸ ਕਰਦੇ ਹਾਂ ਕਿ ਅੱਜ ਦੀ ਇੰਟਰਵਿਊ ਦੇ ਵਿੱਚ ਅਸੀਂ ਕੁਛ ਨਾ ਕੁਛ ਤੁਹਾਡੇ ਲਈ ਕੋਈ ਜਾਣਕਾਰੀ ਭਰਿਆ ਪ੍ਰੋਗਰਾਮ ਜ਼ਰੂਰ ਪੇਸ਼ ਕਰਾਂਗੇ। ਬਾਬਾ ਜੀ, ਅਕਸਰ ਤੁਸੀਂ ਜਦੋਂ ਵੀ ਰੇਡੀਓ 'ਤੇ ਜਾਂ ਟੈਲੀਵਿਜ਼ਨ 'ਤੇ ਆਉਂਦੇ ਹੋ ਅਤੇ ਕੋਈ ਖਾਸ ਪ੍ਰੋਡਕਟ ਬਾਰੇ ਐਜੂਕੇਸ਼ਨ ਜਾਂ ਇਨਫੋਰਮੇਸ਼ਨ ਲੈ ਕੇ ਸਾਡੇ ਦਰਸ਼ਕਾਂ ਤੱਕ ਪਹੁੰਚ ਕਰਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਸ ਇੰਸ਼ੋਰੈਂਸ ਪ੍ਰੋਡਕਟ ਦੀ ਜਾਣਕਾਰੀ ਜਾਂ ਇਨਫੋਰਮੇਸ਼ਨ ਦੇਣ ਆਏ ਹੋ ਤੁਸੀਂ? ਜੀ ਮਨਜੀਤ ਜੀ, ਅੱਜ ਆਪਾਂ ਗੱਲਬਾਤ ਕਰਾਂਗੇ ਕ੍ਰਿਟੀਕਲ ਇਲਨੈਸ ਬਾਰੇ। ਠੀਕ ਹੈ, ਕਿਉਂਕਿ ਆਪਾਂ ਕ੍ਰਿਟੀਕਲ ਦੌਰ 'ਚੋਂ ਲੰਘ ਰਹੇ ਹਾਂ ਔਰ ਇਸੇ ਕਰਕੇ ਹੀ ਅੱਜ ਦਾ ਵਿਸ਼ਾ ਜਿਹੜਾ ਚੁਣਿਆ ਗਿਆ ਹੈ ਕ੍ਰਿਟੀਕਲ ਇਲਨੈਸ। ਠੀਕ ਹੈ ਜੀ। ਅਤੇ ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਫਿਰ ਸਾਰੇ ਦਰਸ਼ਕਾਂ ਨੂੰ ਇਹ ਦੱਸੋ ਕਿ ਕ੍ਰਿਟੀਕਲ ਇੰਸ਼ੋਰੈਂਸ ਹੈ ਕੀ? ਮਨਜੀਤ ਜੀ, ਜਿਸ ਤਰ੍ਹਾਂ ਦਾ ਇਹਦਾ ਨਾਮ ਹੈ ਕ੍ਰਿਟੀਕਲ, ਅਤੇ ਕ੍ਰਿਟੀਕਲ ਦਾ ਭਾਵ ਹੈ ਗੰਭੀਰ। ਅਤੇ ਗੰਭੀਰ ਬਿਮਾਰੀਆਂ ਦੀ ਜਿਹੜੀ ਸੂਚੀ ਬਣੀ ਹੋਈ ਹੈ ਇਹ ਉਹਨਾਂ ਬਿਮਾਰੀਆਂ ਨੂੰ ਹੀ ਕਵਰ ਕਰਦੀ ਹੈ। ਇਹ ਕ੍ਰਿਟੀਕਲ ਇੰਸ਼ੋਰੈਂਸ ਜਿਹੜੀ ਹੈ ਇਹਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਨਾਮ ਦਿੱਤਾ ਗਿਆ। ਠੀਕ ਹੈ ਜੀ। ਅਤੇ ਕੋਈ ਬਰੋਡਲੀ ਕੋਈ ਇੱਕ ਲਿਸਟ ਹੈਗੀ ਜੀ ਕਿੰਨੀਆਂ ਕੁ ਬਿਮਾਰੀਆਂ ਨੇ ਔਰ ਕਿਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਇਸ ਇੰਸ਼ੋਰੈਂਸ ਦੇ ਵਿੱਚ ਕਵਰ ਹੁੰਦੀਆਂ ਨੇ? ਜੀ, ਇਹਦੇ ਵਿੱਚ ਇਸ ਤਰ੍ਹਾਂ ਜੀ ਕਿ ਕੁਛ ਕੰਪਨੀਆਂ ਨੇ ਇਹਨੂੰ 23 ਬਿਮਾਰੀਆਂ ਦੀ ਲਿਸਟ ਦਿੱਤੀ ਹੈ, ਕੁਛ ਕੰਪਨੀਆਂ ਨੇ ਜਿਹੜੀਆਂ ਇਹਨਾਂ ਨੂੰ 25 ਬਿਮਾਰੀਆਂ ਦੀ ਲਿਸਟ ਦਿੰਦੇ ਆ। ਉਹਦੇ ਨਾਲ ਨਾਲ ਇਹਨਾਂ ਨੇ ਇੱਕ ਉਹਦੀ ਸ਼ਾਰਟ ਲਿਸਟ ਵੀ ਬਣਾਈ ਹੈ, ਉਹ 4 ਬਿਮਾਰੀਆਂ ਨੂੰ ਵੀ ਕ੍ਰਿਟੀਕਲ ਇਲਨੈਸ ਦੇ ਵਿੱਚ ਇਹਨਾਂ ਨੇ ਲਿਆ ਹੋਇਆ। ਠੀਕ ਹੈ ਜੀ। ਉਹ ਸਿਰਫ ਇੱਕ ਪ੍ਰਾਈਸ ਫੈਕਟਰ ਨੂੰ ਬਣਾਉਣ ਵਾਸਤੇ ਇਸ ਤਰ੍ਹਾਂ 2 ਇਹਦੇ ਹਿੱਸੇ ਕੀਤੇ ਗਏ ਨੇ। ਸੋ ਤੁਸੀਂ ਰਿਕਮੈਂਡ ਜਿਹੜੀ ਆ ਉਹ ਕਿਹੜੀ ਕਰਦੇ ਜੀ? ਦੇਖੋ ਜੀ, ਜਿੰਨਾ ਆਪਾਂ ਜ਼ਿਆਦਾ ਆਪਣੇ ਆਪ ਨੂੰ ਰਿਸਕ ਨੂੰ ਕਵਰ ਕਰਨਾ ਚਾਹੁੰਦੇ ਹਾਂ, ਜਿੰਨਾ ਆਪਾਂ ਜ਼ਿਆਦਾ ਆਪਣੇ ਆਪ ਨੂੰ ਪੀਸ ਆਫ ਮਾਈਂਡ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਨੂੰ, ਤਾਂ ਉਹ ਮੇਰਾ ਖਿਆਲ ਹੈ ਕਿ ਡੈਫੀਨੇਟਲੀ ਜ਼ਿਆਦਾ ਲਿਸਟ ਦੇ ਵਿੱਚ ਜਿਹੜੀ ਬਿਮਾਰੀਆਂ ਹੈਗੀਆਂ ਉਹਦੇ 'ਚ ਕਾਫੀ ਹੱਦ ਤੱਕ ਸਾਰੀਆਂ ਹੀ ਕਵਰ ਹੋ ਜਾਂਦੀਆਂ ਨੇ। ਤਾਂ ਮੈਂ ਤਾਂ ਰਿਕਮੈਂਡ ਇਹੀ ਕਰਾਂਗਾ ਕਿ ਵੀ ਉਹੀ ਲੈਣੀ ਚਾਹੀਦੀ ਹੈ ਜਿਹੜੀ ਵੱਧ ਤੋਂ ਵੱਧ ਜਿਹਦੇ ਵਿੱਚ ਤੁਹਾਡੀਆਂ ਪ੍ਰੋਬਲਮ ਜਿਹੜੀਆਂ ਕਵਰ ਹੋਣ। ਬਿਲਕੁਲ ਸਹੀ ਕਿਹਾ ਤੁਸੀਂ। ਔਰ ਇਹਦੇ ਨਾਲ ਇੱਕ ਹੋਰ ਸਵਾਲ ਹੈ ਜੀ, ਕਿਉਂਕਿ ਖਾਸ ਕਰਕੇ ਜੇਕਰ ਅਲਬਰਟਾ ਦੀ ਗੱਲ ਕੀਤੀ ਜਾਵੇ, ਜ਼ਿਆਦਾਤਰ ਅਲਬਰਟਨ ਜਿਹੜੇ ਨੇ ਉਹਨਾਂ ਕੋਲ ਹੈਲਥ ਕਾਰਡ ਹੁੰਦਾ ਜੀ, ਔਰ ਹੈਲਥ ਕਾਰਡ ਦੇ ਤਹਿਤ ਉਹਨਾਂ ਨੂੰ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆਉਂਦੀ ਆ ਅਤੇ ਉਹਨਾਂ ਦਾ ਸਾਰਾ ਟਰੀਟਮੈਂਟ ਹੌਸਪੀਟਲਸ ਦੇ ਵਿੱਚ ਫ੍ਰੀ ਹੁੰਦਾ। ਅਤੇ ਫਿਰ ਸਾਨੂੰ ਇਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈਣ ਦੀ ਕੀ ਲੋੜ ਹੈ ਜੀ? ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ ਇਹ, ਔਰ ਜਿਹੜਾ ਕਿ ਹਰ ਇੱਕ ਅਲਬਰਟਨਸ ਦਾ ਖਾਸ ਕਰਕੇ ਮੈਂ ਕਹਾਂਗਾ, ਕਿਉਂਕਿ ਆਪਾਂ ਅਲਬਰਟਾ ਦੀ ਗੱਲਬਾਤ ਕਰ ਰਹੇ ਹਾਂ। ਹਾਂਜੀ। ਅਤੇ ਇਹ ਹਰ ਬੰਦੇ ਦੇ ਦਿਮਾਗ 'ਚ ਜ਼ਿਹਨ 'ਚ ਇੱਕੋ ਹੀ ਗੱਲ ਆਉਂਦੀ ਹੈ ਕਿ ਯਾਰ ਮੈਂ ਇੰਸ਼ੋਰੈਂਸ ਕੀ ਕਰਨੀ ਹੈ? ਬਿਲਕੁਲ ਵੀ ਮੇਰੇ ਕੋਲ ਤਾਂ ਅਲਬਰਟਾ ਕਾਰਡ ਹੈਗਾ, ਮੇਰੀ ਬਿਮਾਰੀ ਦਾ ਇਲਾਜ ਤਾਂ ਸਾਰਾ ਅਲਬਰਟਾ ਹੈਲਥ ਕੇਅਰ ਕਰ ਰਿਹਾ। ਵੱਡੇ ਹਸਪੀਟਲ ਨੇ ਫ੍ਰੀ ਇਲਾਜ, ਕੈਂਸਰ ਹਸਪੀਟਲ ਆ, ਸਾਰੇ ਹਸਪੀਟਲਸ ਨੇ ਸਾਡੇ ਕੋਲ ਜੀ। ਹੁਣ ਮੇਰਾ ਸਵਾਲ ਇਹ ਹੈ, ਅੱਜ ਮੈਂ ਤੁਹਾਨੂੰ ਸਵਾਲ ਕਰਦਾ ਕਿ ਆਪਣੀ ਬਿਮਾਰੀ ਦਾ ਇਲਾਜ ਤਾਂ ਉੱਥੇ ਹੋ ਜਾਏਗਾ, ਬਿਲਕੁਲ, ਪਰ ਕੀ ਆਪਾਂ ਨੂੰ ਅਗਲੇ ਹਫ਼ਤੇ ਚੈੱਕ ਆਏਗਾ, ਪੇ ਚੈੱਕ? ਬਿਲਕੁਲ ਨਹੀਂ ਆਏਗਾ ਜੀ। ਆਪਾਂ ਨੂੰ ਅੱਜ ਕੋਈ ਬਿਮਾਰੀ ਹੋ ਜਾਂਦੀ ਹੈ, ਆਪਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ, ਅਤੇ ਕੀ ਆਪਾਂ ਨੂੰ 2-4 ਹਫ਼ਤੇ ਜਾਂ ਮਹੀਨਾ 2 ਮਹੀਨੇ ਆਪਾਂ ਨੂੰ ਕਿਤੇ ਉਸ ਬਿਮਾਰੀ ਦਾ ਇਲਾਜ ਕਰਾਉਣਾ ਜਾਣਾ ਪੈ ਜਾਵੇ ਕਿ ਆਪਣਾ ਅਗਲੇ ਹਫ਼ਤੇ ਚੈੱਕ ਤਾਂ ਕੋਈ ਨਹੀਂ ਆਉਣਾ? ਬਿਲਕੁਲ ਨਹੀਂ ਆਉਣਾ ਜੀ। ਅਤੇ ਉਹ ਪੈਸੇ ਜਿਹੜੇ ਆ ਉਹ ਕਿੱਥੋਂ ਆਉਣਗੇ? ਔਰ ਇੱਕ ਗੱਲ ਹੋਰ, ਜਦੋਂ ਬੰਦਾ ਕਿਤੇ ਇਹੋ ਜਿਹੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ, ਕ੍ਰਿਟੀਕਲ ਇਲਨੈਸ ਦਾ ਸ਼ਿਕਾਰ ਹੋ ਜਾਂਦਾ, ਕੀ ਆਪਾਂ ਇਕੱਲੇ ਹੀ ਆਪਾਂ ਹਸਪੀਟਲ ਚਲੇ ਜਾਵਾਂਗੇ? ਨਹੀਂ ਜੀ, ਆਪਣਾ ਫੈਮਿਲੀ ਦਾ ਕੋਈ ਨਾ ਕੋਈ ਮੈਂਬਰ ਵੀ ਨਾਲ ਜਾਏਗਾ। ਬਿਲਕੁਲ, ਡੈਫੀਨੇਟਲੀ ਉਹਦੀ ਇਨਕਮ ਵੀ ਇਫੈਕਟ ਕਰੇਗੀ। ਸੋ ਕੁੱਲ ਮਿਲਾ ਕੇ ਅਗਰ ਮੈਂ ਗੱਲ ਕਹਾਂ ਕਿ ਅਗਰ ਪਹਿਲੀ ਤਾਂ ਗੱਲ ਇਹ ਕਿ ਪਰਮਾਤਮਾ ਅੱਗੇ ਅਰਦਾਸ ਬੇਨਤੀ ਹੈ ਕਿ ਕਦੀ ਕਿਸੇ ਨੂੰ ਇਸ ਚੀਜ਼ ਦੀ ਨੌਬਤ ਹੀ ਨਾ ਆਏ, ਬਿਲਕੁਲ ਉਹਨੂੰ ਲੋੜ ਹੀ ਨਾ ਪਵੇ ਇਸ ਚੀਜ਼ ਦੀ। ਪਰ ਜੇ ਅਗਰ ਕਿਸੇ ਦੇ ਇਹ ਪ੍ਰੋਬਲਮ ਦੇ ਵਿੱਚ ਆ ਹੀ ਜਾਏ ਕੋਈ, ਤਾਂ ਭਾਈ ਸਾਹਿਬ ਲੋਕਾਂ ਦੇ ਘਰ ਹਿਲ ਜਾਂਦੇ ਨੇ। ਔਰ ਫਾਈਨੈਂਸ਼ੀਅਲ ਜਿਹੜੇ ਆ ਉਹ ਤਾਂ ਇੰਨੇ ਜ਼ਿਆਦਾ ਇਫੈਕਟਿਵ ਹੋ ਜਾਂਦੇ ਨੇ ਕਿ ਕਈ ਵਾਰੀ ਇਹੋ ਜਿਹੇ ਕੇਸ ਸਾਹਮਣੇ ਆਏ ਆ ਸਾਡੇ ਕਿ ਲੋਕਾਂ ਨੂੰ ਆਪਣੇ ਘਰ ਤੱਕ ਗਵਾਉਣੇ ਪਏ। ਜਿਹੜੇ ਘਰਾਂ ਦੇ ਮਾਲਕ ਨੇ ਉਹ ਰੈਂਟ 'ਤੇ ਜਾਣ ਲਈ ਮਜਬੂਰ ਹੋ ਗਏ,
ਉਹਨਾਂ ਨੂੰ ਆਪਣੇ ਘਰ ਵੇਚ ਕੇ ਆਪਣੇ ਮੈਂਬਰ ਦਾ, ਫੈਮਿਲੀ ਮੈਂਬਰ ਦਾ ਇਲਾਜ ਕਰਾਉਣ ਵਾਸਤੇ ਆਪਣੇ ਘਰ ਤੱਕ ਵੇਚਣੇ ਪਏ। ਪ੍ਰੋਪਰਟੀਆਂ ਸਾਰੀਆਂ ਵਿਕ ਜਾਂਦੀਆਂ ਨੇ। ਔਰ ਪਰ ਕਾਰਨ ਕੀ ਹੈ ਕਿ ਅਸੀਂ ਲੋਕ ਜਿਹੜੇ ਉਹੋ ਜਿਹੇ ਨਿੱਘੇ ਕਹਿ ਲਓ ਕਿ ਵੀ ਪਿਛੋਕੜ ਨਾਲ ਅਸੀਂ ਤਲਕਾਤ ਰੱਖਦੇ ਹਾਂ, ਜਿੱਥੇ ਕਿ ਲਾਈਫ ਦੀ ਇੱਕ ਬਹੁਤ ਅਹਿਮੀਅਤ ਹੈ। ਬਿਲਕੁਲ। ਔਰ ਆਪਣੇ ਰਿਸ਼ਤਿਆਂ ਦੀ ਬੜੀ ਅਹਿਮੀਅਤ ਮੰਨੀ ਜਾਂਦੀ ਹੈ ਕਿ ਆਪਣੇ ਤਾਂ ਕਹਿੰਦੇ ਕਿ ਦੂਰੋਂ ਦੂਰ ਵੀ ਕੋਈ ਕਿਸੇ ਦਾ ਕੋਈ ਦੁੱਖ ਤਕਲੀਫ ਆ ਜਾਵੇ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਕਿਸੇ ਦੇ ਸਹਾਈ ਹੋਈਏ, ਕਿਸੇ ਦੇ ਨਾਲ ਜੁੜੀਏ। ਅਤੇ ਜੇ ਕਿਤੇ ਆਪਣਾ ਹੀ ਕੋਈ ਪਰਿਵਾਰਕ ਮੈਂਬਰ ਕੋਈ ਇਹੋ ਜਿਹੀ ਬਿਮਾਰੀ ਦਾ ਸ਼ਿਕਾਰ ਹੋ ਜਾਵੇ ਤਾਂ ਆਪਣਾ ਪੂਰੀ ਵਾਹ ਲਾ ਦਿੰਦੇ ਆਪਾਂ ਕਿ ਉਹਦਾ ਇਲਾਜ ਕਰਾਉਣ ਲਈ ਵੀ ਕੋਈ ਕਸਰ ਨਾ ਰਹਿ ਜਾਵੇ ਕਿਤੇ। ਬਿਲਕੁਲ। ਸੋ ਇਸੇ ਕਰਕੇ ਹੀ ਇਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਣੀ ਆ ਤਾਂ ਕਿ ਤੁਹਾਡੇ ਕੋਲ ਇੱਕ ਲੰਮਸਮ ਅਮਾਊਂਟ ਜਿਹੜੀ ਆ ਉਹ ਕੰਪਨੀ ਨੇ ਤੁਹਾਨੂੰ ਪਹਿਲਾਂ ਦੇ ਦੇਣੀ ਆ। ਤੁਸੀਂ ਆਪਣਾ ਇਲਾਜ ਤੁਹਾਡਾ ਚੱਲਦਾ ਰਹੇਗਾ, ਪਰ ਤੁਹਾਡਾ ਘਰ ਦਾ ਖਰਚਾ ਚਲਾਉਣ ਵਾਸਤੇ ਉਹ ਜਿਹੜਾ ਇੱਕ ਅਮਾਊਂਟ ਹੈ ਨਾ, ਉਹ ਲੰਮਸਮ ਅਮਾਊਂਟ ਜਿਹੜੀ ਹੈ ਤੁਹਾਨੂੰ ਉਹ ਮਿਲ ਜਾਂਦੀ ਹੈ ਤਾਂ ਕਿ ਤੁਸੀਂ ਉਹਨੂੰ ਇੱਕ ਐਜ਼ ਏ ਪੇ ਚੈੱਕ ਦੇ ਤੌਰ 'ਤੇ ਹਰ ਮਹੀਨੇ ਆਪਣਾ ਘਰ ਦਾ ਖਰਚ ਜਿਹੜਾ ਚਲਾ ਸਕੋ। ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਆ ਕਿ ਭਾਵੇਂ ਇਲਾਜ ਤੁਹਾਡਾ ਗਵਰਨਮੈਂਟ ਹਸਪੀਟਲਸ ਦੇ ਵਿੱਚ ਹੋ ਜਾਣਾ, ਪਰ ਜਿਹੜੇ ਤੁਸੀਂ ਰੈਗੂਲਰ ਤੁਹਾਡੇ ਜਿਹੜੇ ਖਰਚੇ ਨੇ, ਭਾਵੇਂ ਉਹ ਤੁਸੀਂ ਮੌਰਗੇਜ ਕਹਿ ਲਓ, ਇੰਸ਼ੋਰੈਂਸ ਕਹਿ ਲਓ, ਜਾਂ ਤੁਹਾਡੇ ਬਿਲਸ ਨੇ ਜਾਂ ਗਰੋਸਰੀਜ਼ ਨੇ, ਉਹਨਾਂ ਨੂੰ ਕਵਰ ਕਰਨ ਦੇ ਲਈ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ ਕਾਫੀ ਸਹਾਈ ਹੁੰਦੀ ਹੈ। ਬਿਲਕੁਲ, ਕਾਫੀ ਨਹੀਂ ਜੀ, ਪੂਰੀ ਤਰ੍ਹਾਂ ਸਹਾਈ ਹੁੰਦੀ ਹੈ। ਔਰ ਇਹਦੇ ਵਿੱਚ ਮੈਂ ਇਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਨੂੰ ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇੱਥੇ ਅਲਬਰਟਾ ਦੇ ਵਿੱਚ ਹੀ ਇਲਾਜ ਕਰਾਉਣਾ। ਠੀਕ ਹੈ ਜੀ। ਤੁਹਾਨੂੰ ਉਹ ਜਿਹੜੀ ਅਮਾਊਂਟ ਮਿਲ ਜਾਣੀ ਹੈ, ਕੰਪਨੀ ਨੇ ਤੁਹਾਨੂੰ ਪੁੱਛਣਾ ਨਹੀਂ ਹੈ ਕਿ ਤੁਸੀਂ ਉਹ ਪੈਸੇ ਕਿੱਥੇ ਖਰਚਣੇ ਨੇ। ਠੀਕ ਹੈ ਜੀ। ਤੁਸੀਂ ਇੱਥੇ ਇਲਾਜ ਕਰਾਓ, ਤੁਸੀਂ ਇੰਡੀਆ ਜਾ ਕੇ ਕਰਾਓ, ਤੁਸੀਂ ਅਮਰੀਕਾ ਕਰਾਓ, ਇੰਗਲੈਂਡ ਕਰਾਓ, ਨੋ ਵਰੀਜ਼। ਕਿਉਂਕਿ ਕਈ ਵਾਰੀ ਇਹ ਵੀ ਦੇਖਿਆ ਕਿ ਕਈ ਲੋਕਾਂ ਦੀ ਇਹ ਵੀ ਸ਼ਿਕਾਇਤ ਆ ਜਾਂਦੀ ਹੈ ਕਿ ਲੋ ਜੀ ਇਲਾਜ ਕਰਾਉਣ ਨੂੰ ਇੱਥੇ ਟਾਈਮ ਬੜਾ ਲੱਗ ਗਿਆ, ਵਾਰੀ ਨਹੀਂ ਮਿਲਦੀ, ਡੇਟਸ ਨਹੀਂ ਮਿਲਦੀਆਂ। ਬਿਲਕੁਲ। ਹੁਣ ਉਸ ਦੌਰਾਨ ਤੁਹਾਡੇ ਕੋਲ ਅਗਰ ਪੈਸੇ ਹੈਗੇ ਤੁਹਾਡੀ ਜੇਬ 'ਚ, ਤੁਹਾਨੂੰ ਵੇਟ ਕਰਨ ਦੀ ਕੀ ਲੋੜ ਆ? ਜਿੱਥੇ ਮਰਜ਼ੀ ਜਾ ਕੇ ਆਪਣਾ ਇਲਾਜ ਕਰਾਓ। ਤੁਸੀਂ ਆਪਣਾ ਜਿੰਨੀ ਜਲਦੀ ਇਲਾਜ ਕਰੋਗੇ ਉਨੀ ਜਲਦੀ ਤੁਸੀਂ ਆਪਣੇ ਫਾਈਨੈਂਸ਼ੀਅਲ ਸਰਕਲ ਨੂੰ ਦੁਬਾਰਾ ਮੇਨਟੇਨ ਕਰ ਸਕੋਗੇ। ਬਿਲਕੁਲ ਸਹੀ ਗੱਲ ਹੈ ਜੀ। ਔਰ ਜਿਹੜੇ ਆਪਣੇ ਲੋਕ ਮਿਹਨਤਕਸ਼ ਲੋਕ ਨੇ, ਸਾਨੂੰ ਤਾਂ ਭਾਜੀ ਬਿਮਾਰੀ ਜਿਹੜੀ ਆ, ਇਸ ਚਾਹੁੰਦੇ ਕਿ ਜਿਹੜੀ ਦਿਨ ਚੜ੍ਹਦਿਆਂ ਨੂੰ ਠੀਕ ਹੋ ਜਾਵੇ, ਪੈਸੇ ਜਿੰਨੇ ਮਰਜ਼ੀ ਲੱਗ ਜਾਣ ਅੱਜ। ਬਿਲਕੁਲ। ਸੋ ਇਹਨਾਂ ਚੀਜ਼ਾਂ ਦੇ ਵਾਸਤੇ ਹੀ ਇਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਣੀ ਹੈ ਜੀ। ਬਿਲਕੁਲ ਸਹੀ ਕਿਹਾ ਤੁਸੀਂ ਜੀ। ਇਹਦੇ ਨਾਲ ਹੀ ਅਗਲਾ ਇੱਕ ਹੋਰ ਸਵਾਲ ਆ, ਵੈਸੇ ਤਾਂ ਕਾਫੀ ਕੁਝ ਕਵਰ ਹੋ ਗਿਆ ਕਿ ਕ੍ਰਿਟੀਕਲ ਇਲਨੈਸ ਹੈ ਕੀ ਆ ਔਰ ਇਹਦੀ ਕਿਉਂ ਲੋੜ ਆ ਸਾਨੂੰ। ਇਹਦੇ ਨਾਲ ਇਹਦੇ ਬੈਨੀਫਿਟ ਜਿਹੜੇ ਨੇ, ਇੱਕ ਬੰਦਾ ਜਿਹੜਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈ ਰਿਹਾ ਤੇ ਉਹਦੀ ਫੈਮਿਲੀ, ਕੀ ਬੈਨੀਫਿਟਸ ਨੇ ਜੀ ਇਹਦੇ? ਬੈਨੀਫਿਟਸ ਦੀ ਗੱਲ ਆਪਾਂ ਜੇ ਕਰੀਏ, ਬੈਨੀਫਿਟਸ ਦਾ ਹੀ ਪਹਿਲਾ ਸਵਾਲ ਸੀਗਾ ਕਿ ਵੀ ਬੈਨੀਫਿਟਸ ਹੀ ਹੈ ਇਹਦੇ ਕਿ ਵੀ ਆਪਾਂ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਬਚ ਜਾਂਦੇ ਹਾਂ। ਬਿਲਕੁਲ। ਸਭ ਤੋਂ ਵੱਡਾ ਬੈਨੀਫਿਟ ਤਾਂ ਇਹਦਾ ਇਹੀ ਆ। ਦੂਜਾ ਬੈਨੀਫਿਟ ਇਹਦਾ ਇਹ ਆ ਕਿ ਵੀ ਆਪਾਂ ਨੂੰ ਇੱਕ ਸਹੂਲਤ ਮਿਲਦੀ ਆ ਕਿ ਵੀ ਆਪਾਂ ਇਲਾਜ ਜਿੱਥੇ ਮਰਜ਼ੀ ਕਰਾਈਏ। ਠੀਕ ਹੈ। ਇੱਥੇ ਕਰਾਈਏ, ਉੱਥੇ ਕਰਾਈਏ, ਜਿੱਥੇ ਆਪਾਂ ਨੂੰ ਸਸਤਾ ਤੇ ਵਧੀਆ ਤੇ ਜਾਂ ਕਹਿ ਲਓ ਵੀ ਜਲਦੀ ਆਪਾਂ ਠੀਕ ਹੋ ਸਕਦੇ, ਆਪਾਂ ਡੈਫੀਨੇਟਲੀ ਉੱਥੇ ਜਾਣਾ ਪਸੰਦ ਕਰਾਂਗੇ, ਆਪਾਂ ਜਲਦੀ ਠੀਕ ਹੋ ਸਕਦੇ ਹਾਂ। ਠੀਕ ਹੈ ਜੀ। ਤੀਸਰੀ ਚੀਜ਼ ਇਹਦੇ 'ਚ ਇਹ ਵੀ ਆ, ਇੱਕ ਹੋਰ ਬੜਾ ਵੱਡਾ ਬੈਨੀਫਿਟ ਇਹਦਾ, ਉਹ ਇਹ ਹੈ ਕਿ ਜਨਾਬ ਕਿ ਤੁਸੀਂ ਅੱਜ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾ ਲਈ, ਕੋਈ ਇਹ ਤਾਂ ਸੁੱਖਿਆ ਤਾਂ ਨਹੀਂ ਕਿ ਵੀ ਆਪਾਂ ਜ਼ਰੂਰ ਬਿਮਾਰ ਹੋਣਾ। ਬਿਲਕੁਲ। ਜਾਂ ਵੀ ਆਪਾਂ ਨੂੰ ਇਹ ਬਿਮਾਰੀ, ਗੰਭੀਰ ਬਿਮਾਰੀ ਆਪਾਂ ਨੂੰ ਲੱਗਣੀ ਹੀ ਚਾਹੀਦੀ ਹੈ। ਬਿਲਕੁਲ ਨਹੀਂ, ਇਹਦੇ 'ਚ ਇੱਕ ਕੰਪਨੀ ਨੇ ਇਹ ਵੀ ਬੜੀ ਵੱਡੀ ਸਹੂਲਤ ਦਿੱਤੀ ਹੈ ਤੁਹਾਨੂੰ ਕਿ ਤੁਸੀਂ ਆਪਣਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈ ਲਈ, 65 ਸਾਲ ਦੀ ਉਮਰ ਤੱਕ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਈ। ਠੀਕ ਹੈ ਜੀ। ਤੁਸੀਂ ਇਹਦੇ ਵਿੱਚ ਇੱਕ ਰਾਈਡਰ ਹੈ, ਇਹਦੇ ਨਾਲ ਐਡ ਹੋ ਜਾਂਦਾ, ਉਹਨੂੰ ਕਹਿੰਦੇ ਰਿਟਰਨ ਆਫ ਪ੍ਰੀਮੀਅਮ। ਠੀਕ ਹੈ ਜੀ। ਤੁਸੀਂ ਉਹ ਰਾਈਡਰ ਨਾਲ ਲਿਆ ਹੋਇਆ ਅਗਰ ਹੈਗਾ ਤਾਂ ਤੁਸੀਂ ਇਹ ਆਪਣੇ ਜਿੰਨੇ ਪੈਸੇ ਦਿੱਤੇ ਤੁਹਾਡੇ ਸਾਰੇ ਵਾਪਸ ਹੋ ਜਾਣੇ 65 ਸਾਲ ਦੀ ਉਮਰ 'ਚ ਆ ਕੇ। ਕੀ ਬਾਤ ਹੈ ਜੀ। ਤਾਂ ਉਹ ਤੁਹਾਡੀ ਇੱਕ ਸੇਵਿੰਗ ਹੀ ਬਣ ਗਈ ਨਾਲ ਤੁਹਾਡੀ। ਇੱਕ ਪੰਥ ਤੇ ਦੋ ਕਾਜ, ਜਿਹਨਾਂ ਨੂੰ ਪੰਜਾਬੀ 'ਚ ਇੱਕ ਕਹਾਵਤ ਆ। ਮੈਂ ਵੀ ਇਹੀ ਗੱਲ ਕਰਨ ਲੱਗਾ ਸੀਗਾ ਜੀ। ਬਿਲਕੁਲ। ਔਰ ਇਹ ਦੇਖੋ ਕਿੱਡਾ ਵੱਡਾ ਇੱਕ ਫਾਇਦਾ ਤੁਹਾਨੂੰ, ਅਪਰਚੁਨਿਟੀ ਇਸ ਗੱਲ ਦੀ ਕਿ ਤੁਸੀਂ ਆਪਣੇ ਆਪ ਨੂੰ ਸਿਕਿਉਰ ਵੀ ਕਰ ਲਿਆ ਤੇ ਨਾਲ ਤੁਹਾਡੇ ਪੈਸੇ ਵੀ ਜੁੜ ਗਏ। ਕਾਈਂਡ ਆਫ ਤੁਹਾਡਾ ਮਨੀ ਬੈਕ ਕਹਿ ਲਓ, ਜਾਂ ਤੁਸੀਂ ਕਹਿ ਲਓ ਵੀ ਸੇਵਿੰਗ ਚੱਲ ਰਹੀ ਹੈ ਤੁਹਾਡੀ ਨਾਲ ਦੇ ਨਾਲ। ਬਿਲਕੁਲ ਜੀ। ਇਹ ਵਾਕਈ ਇੱਕ ਬਹੁਤ ਵਧੀਆ ਬੈਨੀਫਿਟ ਹੈ ਜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਜੀ। ਬਾਬਾ ਜੀ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਔਰ ਬ੍ਰੇਕ ਤੋਂ ਬਾਅਦ ਦੁਬਾਰਾ ਇਸ ਕ੍ਰਿਟੀਕਲ ਇੰਸ਼ੋਰੈਂਸ ਬਾਰੇ ਹੋਰ ਵੀ ਇਨਫੋਰਮੇਸ਼ਨ ਜਿਹੜੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਸੋ ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ, ਔਰ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਨੂੰ ਜਾਰੀ ਰੱਖਾਂਗੇ। ਪ੍ਰੋਗਰਾਮ ਐਡਮਿੰਟਨ ਡਾਇਰੀ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਆਪ ਸਭਨਾਂ ਦਾ ਫਿਰ ਤੋਂ ਸਵਾਗਤ ਹੈ ਜੀ।
ਔਰ ਸਾਡੀ ਗੱਲਬਾਤ ਚੱਲ ਰਹੀ ਸੀ ਪੰਜਾਬ ਇੰਸ਼ੋਰੈਂਸ ਦੇ ਸੀਨੀਅਰ ਮੈਨੇਜਰ ਸਰਦਾਰ ਜਗਜੀਤ ਸਿੰਘ ਬਾਵਾ ਜੀ ਦੇ ਨਾਲ। ਬਾਵਾ ਜੀ, ਬਹੁਤ ਅਹਿਮ ਮੁੱਦੇ ਦੇ ਉੱਪਰ ਗੱਲਬਾਤ ਚੱਲ ਰਹੀ ਸੀਗੀ, ਕ੍ਰਿਟੀਕਲ ਇੰਸ਼ੋਰੈਂਸ। ਮੈਂ ਚਾਹਾਂਗਾ ਕਿ ਇੱਕ ਵਾਰ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਆਪਣਾ ਸੰਪਰਕ ਨੰਬਰ ਜ਼ਰੂਰ ਸਾਂਝਾ ਕਰ ਦਿਓ ਕਿ ਅਗਰ ਕਿਸੇ ਨੂੰ ਵੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਤੁਹਾਨੂੰ ਉਹ ਫੋਨ ਕਰ ਸਕਣ। ਜੀ ਮੇਰਾ ਫੋਨ ਨੰਬਰ ਹੈ 780 266 61 61 7802666161 ਔਰ ਸਾਡਾ ਐਡਰੈਸ ਹੈ ਇੱਥੋਂ ਦਾ 9130 34 A ਐਵੀਨਿਊ ਨਾਰਥ ਵੈਸਟ ਐਡਮਿੰਟਨ ਅਲਬਰਟਾ। ਠੀਕ ਹੈ ਜੀ। ਔਰ ਬਾਬਾ ਜੀ, ਅਸੀਂ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ ਕਿ ਕ੍ਰਿਟੀਕਲ ਇੰਸ਼ੋਰੈਂਸ ਹੁੰਦੀ ਕੀ ਹੈ, ਇਹਦੇ ਕੀ ਬੈਨੀਫਿਟਸ ਨੇ, ਕੀ ਲੋੜ ਆ। ਇੱਕ ਹੋਰ ਬੜਾ ਅਹਿਮ ਸਵਾਲ ਆ ਕਿ ਇਹ ਵਰਕ ਕਿਵੇਂ ਕਰਦੀ ਆ। ਕਹਿਣ ਦਾ ਮਤਲਬ ਕਿ ਬਾਈ ਚਾਂਸ, ਖੁਦਾ ਨਾ ਖਾਸਤਾ, ਕਿਸੇ ਵੀ ਇਨਸਾਨ ਨੂੰ ਜਿਸ ਨੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ ਹੋਈ ਆ, ਜੀਵਨ ਦੇ ਕਿਸੇ ਵੀ ਪੜਾਅ 'ਤੇ ਜਾ ਕਰ ਅਗਰ ਕੋਈ ਗੰਭੀਰ ਕ੍ਰਿਟੀਕਲ ਜਿਹੜੀ ਪ੍ਰੋਬਲਮ ਆ ਜਾਂਦੀ ਆ ਤੇ ਉਹ ਕਲੇਮ ਕਿਵੇਂ ਲੈ ਸਕਦਾ, ਉਹਨੂੰ ਬੈਨੀਫਿਟ ਕਿਵੇਂ ਮਿਲਦਾ? ਜੀ ਮਨਜੀਤ ਜੀ, ਇਹਦਾ ਇੱਕ ਬੜਾ ਵਧੀਆ ਆਪਣੇ ਕੋਲ ਇਹਦਾ ਜਿਹੜਾ ਸਟੈਟਸ ਜਿਹੜੇ ਬਣੇ ਹੋਏ ਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਦੱਸਣੀ ਚਾਹੁੰਦਾ ਕਿ ਇਹ ਕ੍ਰਿਟੀਕਲ ਇਲਨੈਸ ਦੇ ਵਿੱਚ ਜਿਹੜੇ ਸਟੈਟਸ ਆਪਣੇ ਕੋਲ ਆਏ ਨੇ ਉਹ ਦੱਸਦੇ ਨੇ ਕਿ ਜਿਹੜੇ 10 ਅਗਰ ਹੈਲਥੀ ਇਨਸਾਨ ਨੇ ਕੈਨੇਡਾ ਦੇ, 10 ਵਿੱਚੋਂ 3 ਜਿਹੜੇ ਆ ਅਪਰੋਕਸੀਮੇਟਲੀ 3 ਉਹ ਕ੍ਰਿਟੀਕਲ ਇਲਨੈਸ ਦਾ ਸ਼ਿਕਾਰ ਹੁੰਦੇ ਹੀ ਹੁੰਦੇ ਨੇ ਤੇ 1 ਆਊਟ ਆਫ 4 ਕੈਨੇਡੀਅਨਸ ਜਿਹੜੇ ਨੇ ਉਹਨਾਂ ਨੂੰ ਹਾਰਟ ਡਿਜ਼ੀਜ਼ ਦੀ ਪ੍ਰੋਬਲਮ ਵੀ ਆਉਂਦੀ ਹੈ। ਕਾਫੀ ਗੰਭੀਰ ਡਾਟਾ ਹੈ ਜੀ। ਇਸੇ ਕਰਕੇ ਇਹਦਾ ਨਾਮ ਕ੍ਰਿਟੀਕਲ ਇਲਨੈਸ ਵੀ ਇਸੇ ਕਰਕੇ ਰੱਖਿਆ ਗਿਆ ਕਿਉਂਕਿ ਕ੍ਰਿਟੀਕਲ ਇਲਨੈਸ ਜਿਹੜੀ ਆ ਇਹ ਮਾਮੂਲੀ ਗੱਲ ਨਹੀਂ ਹੈ। ਔਰ ਨਾਲ ਦੀ ਨਾਲ ਮੈਂ ਹੁਣ ਤੁਹਾਨੂੰ ਇਹ ਵੀ ਗੱਲ ਦੱਸਦਾ ਕਿ ਜਿਹੜੇ ਦੌਰ 'ਚੋਂ ਆਪਾਂ ਲੰਘ ਰਹੇ ਹਾਂ, ਕੋਵਿਡ ਦੇ ਦੌਰ 'ਚੋਂ, ਬਿਲਕੁਲ ਹੁਣ ਕਿਸੇ ਨੇ ਕਦੀ, ਮੇਰਾ ਨਹੀਂ ਖਿਆਲ ਕਿ ਮੈਜੋਰਟੀ ਦੇ ਵਿੱਚ, ਜੇ ਮੈਂ ਗਲਤ ਨਹੀਂ ਤੇ ਮੇਰਾ ਖਿਆਲ ਹੈ ਕਿ 75% ਲੋਕਾਂ ਨੂੰ ਜਨਵਰੀ ਮਹੀਨੇ ਤੱਕ ਨਹੀਂ ਸੀ ਪਤਾ ਕਿ ਕੋਵਿਡ ਨਾਮ ਦੀ ਕੀ ਬਿਮਾਰੀ ਹੈ। ਬਿਲਕੁਲ, ਭਾਵੇਂ ਇਹ ਦਸੰਬਰ ਦੇ ਵਿੱਚ ਜਾਂ ਪਿਛਲੇ ਸਾਲ ਸ਼ੁਰੂ ਹੋ ਚੁੱਕੀ ਸੀ ਇਹ, ਪਰ ਮੈਜੋਰਟੀ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਕਿ ਕੋਵਿਡ ਨਾਮ ਦੀ ਕੋਈ ਬਿਮਾਰੀ ਵੀ ਹੈਗੀ ਹੈ। ਔਰ ਇਹੋ ਜਿਹੀ ਬਿਮਾਰੀ ਹੈ ਬਿਲਕੁਲ ਜਿੰਨੇ ਮਤਲਬ ਦੁਨੀਆ ਹਿਲਾ ਕੇ ਰੱਖ ਦਿੱਤੀ ਹੈ। ਔਰ ਦੁਨੀਆ ਦੇ ਜਿਹੜੇ ਸਟੈਟਸ ਸੀਗੇ ਉਹ ਸਾਰੇ ਮਤਲਬ ਆਪਣੇ ਦਾਇਰੇ 'ਚੋਂ ਬਾਹਰ ਹੋ ਗਏ ਨੇ। ਔਰ ਇਹੋ ਜਿਹੀ ਕਿਸਮ ਬਿਮਾਰੀ ਜਿਹੜੀ ਆ ਉਹਨੇ ਕਦੋਂ ਆ ਜਾਣਾ ਤੁਹਾਨੂੰ ਆਉਣ ਵਾਲੇ ਫਿਊਚਰ 'ਚ ਕੀ ਪਤਾ। ਬਿਲਕੁਲ। ਔਰ ਇਸੇ ਕਰਕੇ ਮੈਂ ਇੱਕ ਸਾਰਿਆਂ ਨੂੰ ਮੇਰੀ ਰਿਕਮੈਂਡੇਸ਼ਨ ਆ ਕਿ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਣੀ ਤੁਹਾਡੇ ਕੋਲ ਸਾਰਿਆਂ ਕੋਲ ਇਹ ਬਹੁਤ ਲਾਜ਼ਮੀ ਹੈ। ਠੀਕ ਹੈ ਜੀ। ਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜੀ ਫੰਕਸ਼ਨਿੰਗ ਆ ਜਾਂ ਵਰਕਿੰਗ ਆ ਉਹ ਕਿਵੇਂ ਦੀ ਹੁੰਦੀ ਹੈ ਜੀ? ਜੀ ਇਹਦਾ ਇਹ ਹੈ ਜੀ ਕਿ ਤੁਹਾਡੇ ਕੋਲ ਅਗਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਆ, ਆਪਣਾ 30 ਦਿਨ ਜ਼ਿੰਦਾ ਰਹਿਣਾ ਜ਼ਰੂਰੀ ਹੈ। ਠੀਕ ਹੈ ਜੀ। ਆਫਟਰ ਡਾਇਗਨੋਸ ਅਗਰ ਆਪਾਂ ਨੂੰ ਡਾਇਗਨੋਸ ਹੋ ਗਿਆ ਤੇ 30 ਦਿਨ ਇਨਸਾਨ ਦਾ ਜ਼ਿੰਦਾ ਰਹਿਣਾ ਜ਼ਰੂਰੀ ਆ। ਉਸ ਤੋਂ ਬਾਅਦ ਕੰਪਨੀ ਨੇ ਤੁਹਾਨੂੰ ਉਹ ਜਿੰਨੀ ਅਮਾਊਂਟ ਤੁਸੀਂ ਲਈ ਹੋਈ ਆ ਉਹ ਅਮਾਊਂਟ ਤੁਹਾਨੂੰ ਤੁਹਾਡੇ ਹਵਾਲੇ ਕਰ ਦੇਣੀ ਆ। ਤੁਸੀਂ ਉਹਦਾ ਕੀ ਕਰਦੇ ਹੋ ਕੋਈ ਸਵਾਲ ਨਹੀਂ, ਤੁਸੀਂ ਕਿੱਥੇ ਖਰਚ ਕਰਦੇ ਹੋ ਕੋਈ ਸਵਾਲ ਨਹੀਂ, ਕੋਈ ਤੁਸੀਂ ਉਹਦਾ ਬਿੱਲ ਨਹੀਂ ਪੇ ਕਰਨਾ, ਤੁਹਾਨੂੰ ਕੋਈ ਉਹਦਾ ਤੁਸੀਂ ਕੋਈ ਹਿਸਾਬ ਨਹੀਂ ਦੇਣਾ ਕਿ ਇਹ ਤੁਸੀਂ ਪੈਸਾ ਕਿੱਥੇ ਖਰਚਿਆ, ਕੈਨੇਡਾ 'ਚ ਖਰਚਿਆ, ਅਮਰੀਕਾ ਖਰਚਿਆ, ਇੰਡੀਆ ਖਰਚਿਆ, ਪਾਕਿਸਤਾਨ ਖਰਚਿਆ। ਨੋ, ਇਹ ਟੋਟਲ ਪੈਸਾ ਤੁਹਾਡੇ ਕੋਲ ਆ। ਤੁਸੀਂ ਇਹਦੇ ਨਾਲ ਆਪਣਾ ਘਰ ਕਿਵੇਂ ਚਲਾਉਣਾ ਇਹ ਤੁਸੀਂ ਦੇਖਣਾ। ਤੁਹਾਡੇ ਘਰ ਦਾ ਮੰਥਲੀ ਕਿੰਨਾ ਬਜਟ ਆ, ਤੁਸੀਂ ਇਹਨੂੰ ਉਹਦੇ ਅਕੋਰਡਿੰਗਲੀ ਆਪਣੇ ਇਸ ਪੈਸੇ ਨੂੰ ਡਿਵਾਈਡ ਕਰ ਲੈਣਾ ਤਾਂ ਕਿ ਤੁਹਾਡੇ 'ਚ ਅਗਰ ਮੰਨ ਲਓ ਕਿ ਆਪਾਂ ਨੂੰ ਕੋਈ ਬਹੁਤ ਗੰਭੀਰ ਬਿਮਾਰੀ ਦੇ ਸ਼ਿਕਾਰ ਆਪਾਂ ਹੋ ਗਏ ਹਾਂ, ਰਫਲੀ ਤੁਹਾਨੂੰ ਅੰਦਾਜ਼ਾ ਮਿਲ ਗਿਆ ਕਿ ਵੀ ਇਹਨੂੰ 6 ਮਹੀਨੇ ਲੱਗਣੇ ਆ। ਠੀਕ ਹੈ ਜੀ। ਟ੍ਰੀਟਮੈਂਟ ਨੂੰ ਤੁਹਾਡਾ $5000 ਮਹੀਨੇ ਦਾ ਖਰਚਾ, ਤੁਸੀਂ $30,000 ਆਪਣਾ ਹਰ ਹਾਲਤ ਦੇ ਵਿੱਚ ਸੇਵ ਕਰਕੇ ਰੱਖਣਾ ਇਸ ਪੈਸੇ ਦੇ ਵਿੱਚੋਂ ਤਾਂ ਕਿ ਤੁਹਾਡੇ 6 ਮਹੀਨੇ ਜਿਹੜੇ ਆ ਉਹ ਤੁਹਾਨੂੰ ਕਿਸੇ ਵੱਲ ਦੇਖਣਾ ਨਾ ਪਵੇ। ਤੁਹਾਨੂੰ ਕਿਸੇ ਰਿਸ਼ਤੇਦਾਰ ਕੋਲੋਂ ਜਾਂ ਤੁਹਾਨੂੰ ਕਿਸੇ ਕੋਲੋਂ ਫਾਈਨੈਂਸ਼ੀਅਲ ਹੈਲਪ ਨਾ ਲੈਣੀ ਪਵੇ। ਠੀਕ ਹੈ ਜੀ। ਔਰ ਬਾਬਾ ਜੀ, ਤੁਸੀਂ ਆਲਰੇਡੀ ਜ਼ਿਕਰ ਕਰ ਚੁੱਕੇ ਹੋ ਕਿ ਜਿਹੜਾ ਇਹਦੇ ਵਿੱਚ ਲਮਸਮ ਅਮਾਊਂਟ ਮਿਲਦਾ ਵਾ ਉਹਦੇ ਨਾਲ ਹੀ ਰਿਲੇਟਡ ਅਗਲਾ ਕੁਐਸਚਨ ਆ ਕਿ ਜਦੋਂ ਕੋਈ ਵਿਅਕਤੀ ਜਿਹੜਾ ਵਾ ਕ੍ਰਿਟੀਕਲ ਇੰਸ਼ੋਰੈਂਸ ਲੈਣ ਬਾਰੇ ਸੋਚਦਾ, ਕਿੰਨੀ ਕਿ ਜਿਹੜੀ ਅਮਾਊਂਟ ਆ ਉਸ ਨੂੰ ਆਈਡੀਅਲ ਮੰਨਿਆ ਜਾ ਸਕਦਾ ਵਾ ਕਿ ਉਹ ਲਮਸਮ ਜਿਹੜੀ ਆ ਉਹਦੇ ਵਾਸਤੇ ਹੈਲਪਫੁਲ ਹੋ ਸਕੇ ਇਨ ਕੇਸ ਆਫ ਐਮਰਜੈਂਸੀ? ਜੀ ਮਨਜੀਤ ਜੀ, ਇਹਦਾ ਵੀ ਉਹੀ ਸਵਾਲ ਦਾ ਜਵਾਬ ਇਹੀ ਹੈ ਕਿ ਵੀ ਜਿੰਨੀ ਤੁਹਾਡੇ ਘਰ ਦੀ ਜ਼ਰੂਰਤ ਆ, ਪਹਿਲਾਂ ਤੁਹਾਨੂੰ ਇਹ ਤਾਂ ਪਤਾ ਹੀ ਹੁੰਦਾ ਨਾ ਕਿ ਮੇਰੇ ਘਰ ਦੀ ਜ਼ਰੂਰਤ ਕੀ, ਮੇਰੇ ਖਰਚੇ ਕਿੰਨੇ ਨੇ। ਬਿਲਕੁਲ। ਮੈਂ ਕਿਸ ਫੈਮਿਲੀ ਨੂੰ ਬਿਲੋਂਗ ਕਰਦਾ, ਮੇਰੇ 2 ਬੱਚੇ ਆ, ਮੇਰੇ 4 ਆ, ਮੇਰੇ 6 ਆ, ਜਾਂ ਉਹਦੇ ਅਕੋਰਡਿੰਗਲੀ ਉਹ ਆਪਣਾ ਘਰ ਦਾ ਬਜਟ ਬਣਿਆ ਹੁੰਦਾ ਕਿ ਕਿਸੇ ਦੇ ਘਰ ਦਾ 2000 'ਚ ਗੁਜ਼ਾਰਾ ਹੋ ਜਾਂਦਾ, ਕਿਸੇ ਦਾ 5000 'ਚ ਹੋ ਜਾਂਦਾ, ਕਿਸੇ ਦਾ 10000 'ਚ ਹੁੰਦਾ। ਠੀਕ ਹੈ ਜੀ। ਜੇ ਮੰਨ ਲਓ ਮੇਰਾ $10,000 ਮਹੀਨੇ ਦਾ ਖਰਚਾ ਮੇਰੇ ਘਰ ਦਾ, ਮੈਨੂੰ ਪਤਾ ਕਿ ਅਗਰ ਰੱਬ ਨਾ ਕਰੇ ਮੈਨੂੰ ਕਿਤੇ 6-8 ਮਹੀਨੇ ਕੋਈ ਮੈਨੂੰ
ਮੈਂ ਕਿਤੇ ਸ਼ਿਕਾਰ ਹੋ ਜਾਂਦਾ ਇਸ ਬਿਮਾਰੀ ਦਾ, ਤੇ ਮੇਰਾ ਘੱਟੋ ਘੱਟ 50-60 ਹਜ਼ਾਰ ਡਾਲਰ ਤਾਂ ਮੇਰਾ ਲਾਜ਼ਮੀ ਇਲਾਜ ਤੇ ਲੱਗ ਹੀ ਜਾਣਾ। ਮੇਰਾ ਘਰ ਦਾ ਖਰਚਾ ਆ ਜਾਣਾ, ਤੇ ਮੈਨੂੰ 5-6 ਮਹੀਨੇ ਮੈਨੂੰ ਕੋਈ ਇਨਕਮ ਨਹੀਂ ਆਣੀ। ਸੋ ਤੁਹਾਨੂੰ ਇਹ 50,000 ਤੋਂ ਲੈ ਕੇ 1 ਲੱਖ ਡਾਲਰ ਤੱਕ ਦੀ ਜਿਹੜੀ ਅਮਾਊਂਟ ਆ ਨਾ, ਇਹ ਤੁਸੀਂ ਇਹਨੂੰ ਚੂਜ਼ ਕਰ ਸਕਦੇ ਹੋ ਆਪਣੀ ਪੋਕਟ ਦੇ ਮੁਤਾਬਕ। ਤੁਸੀਂ ਉਹਦਾ ਪ੍ਰੀਮੀਅਮ ਵੀ ਪੇ ਕਰਨਾ, ਔਰ ਤੁਸੀਂ ਆਪਣੀ ਜ਼ਰੂਰਤ ਨੂੰ ਵੀ ਦੇਖਣਾ ਕਿ ਮੇਰੇ ਘਰ ਦਾ ਕਿੰਨਾ ਬਜਟ ਹੈ, ਇਹ ਮੈਨੂੰ ਕਿੰਨੇ ਟਾਈਮ ਵਾਸਤੇ ਮੈਨੂੰ ਇਹਦੀ ਸਿਕਿਉਰਿਟੀ ਚਾਹੀਦੀ ਹੈ। ਬਿਲਕੁਲ ਜੀ। ਸੋ ਕਹਿਣ ਦਾ ਮਤਲਬ ਕਿ ਤੁਹਾਡੀ ਲੋੜ ਤੇ ਤੁਹਾਡੀ ਜੇਬ, ਇਹਨਾਂ ਦੋਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਅਮਾਊਂਟ ਨਿਰਧਾਰਿਤ ਕਰ ਸਕਦੇ ਜੀ। ਬਿਲਕੁਲ ਮਨਜੀਤ ਜੀ, ਮੇਰੀ ਇੱਕ ਪ੍ਰੈਕਟਿਸ ਹੈ, ਬੜੀ ਕਈ ਸਾਲਾਂ ਦੀ ਪ੍ਰੈਕਟਿਸ ਹੈ ਇਸੇ ਗੱਲ ਦੀ, ਕਿ ਮੈਂ ਕਿਸੇ ਨੂੰ ਵੀ ਕੋਈ ਇੰਸ਼ੋਰੈਂਸ ਦਿੱਤੀ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਚਾਹੇ ਉਹ ਕ੍ਰਿਟੀਕਲ ਇਲਨੈਸ ਹੈ, ਮੈਂ ਉਹਦੀ ਪਹਿਲਾਂ ਪੋਕਟ ਨੂੰ ਦੇਖਦਾ। ਇਹਨੂੰ ਅਸੀਂ ਸਾਡੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇਹਨੂੰ ਨੀਡਸ ਐਨਾਲਿਸਿਸ ਕਹਿੰਦੇ ਆ। ਠੀਕ ਹੈ ਜੀ। ਪਹਿਲਾਂ ਨੀਡਸ ਐਨਾਲਿਸਿਸ ਕਰੀਦਾ, ਪਹਿਲਾਂ ਉਹਦੇ ਕੋਲ ਪਤਾ ਕਰੀਦਾ ਵੀ ਤੇਰੀ ਇਨਕਮ ਕਿੰਨੀ ਹੈ, ਫਿਰ ਉਹਦੇ ਡੈਟਸ ਦੇਖੀਦੇ ਆ, ਤੇਰੇ ਡੈਟਸ ਕਿੰਨੇ ਨੇ, ਤੇਰੀ ਮੌਰਗੇਜ ਜਾਂਦੀ ਆ ਨਹੀਂ ਜਾਂਦੀ, ਤੇਰੇ ਹੋਰ ਕੀ ਖਰਚੇ ਨੇ, ਤੇਰੇ ਕੋਲ ਕੋਈ ਕ੍ਰੈਡਿਟ ਕਾਰਡ ਆ, ਤੇਰੀ ਗੱਡੀਆਂ ਦੀ ਪੇਮੈਂਟ ਜਾਂਦੀ ਆ, ਉਹ ਸਾਰਿਆਂ ਦਾ ਵੇਰਵਾ ਲੈ ਕੇ ਫਿਰ ਇੱਕ ਟੋਟਲ ਅਮਾਊਂਟ ਕੱਢੀ ਜਾਂਦੀ ਹੈ ਕਿ ਵੀ ਤੈਨੂੰ ਕਿੰਨੀ ਜ਼ਰੂਰਤ ਆ ਇੰਸ਼ੋਰੈਂਸ ਦੀ। ਬਿਲਕੁਲ। ਫਿਰ ਉਹਦਾ ਪ੍ਰੀਮੀਅਮ ਜਿਹੜਾ ਉਹ ਉਹਨੂੰ ਦੱਸਿਆ ਜਾਂਦਾ ਕਿ ਯਾਰ ਤੈਨੂੰ ਇੰਨੇ ਇੱਕ ਅਮਾਊਂਟ ਦੀ ਨੈਸੈਸਿਟੀ ਹੈ ਤੇਰੀ। ਠੀਕ ਹੈ ਜੀ। ਤੇ ਅਗਲਾ ਸਵਾਲ ਹੈ ਜੀ ਕਿ ਜਿਹੜੀ ਇਹ ਲਮਸਮ ਅਮਾਊਂਟ ਮਿਲਦੀ ਆ, ਫੋਰ ਐਗਜ਼ਾਮਪਲ ਕਿਸੇ ਨੇ 50,000 ਡਾਲਰ ਲੈਣਾ ਵਾ ਜਾਂ 1 ਲੱਖ ਡਾਲਰ, ਇਹ ਜਿਹੜੀ ਅਮਾਊਂਟ ਆ ਇਹ ਟੈਕਸ ਫ੍ਰੀ ਹੁੰਦੀ ਹੈ ਕਿ ਇਹਦੇ ਉੱਪਰ ਟੈਕਸ ਵੀ ਪੇ ਕਰਨਾ ਪੈ ਸਕਦਾ? ਬਿਲਕੁਲ ਜੀ, ਇਹ ਟੈਕਸ ਫ੍ਰੀ ਅਮਾਊਂਟਸ ਹੁੰਦੀਆਂ ਸਾਰੀਆਂ। ਇੰਸ਼ੋਰੈਂਸ ਦੀ ਕੋਈ ਵੀ ਅਮਾਊਂਟ ਜਿਹੜੀ ਹੈ ਤੁਹਾਨੂੰ ਜਿਹਨੂੰ ਵੀ ਮਿਲਦੀ ਉਹ ਟੈਕਸ ਫ੍ਰੀ ਹੀ ਹੁੰਦੀ ਹੈ। ਬਿਲਕੁਲ। ਔਰ ਅਗਲਾ ਸਵਾਲ ਜਿਹੜਾ ਹੈ ਜੀ ਉਹ ਹੈਗਾ ਵਾ ਕਿ ਕਈ ਜਿਹੜੇ ਸਾਡੇ ਅਲਬਰਟਨਸ ਹੋਣਗੇ ਜਾਂ ਦਰਸ਼ਕ ਹੋਣਗੇ, ਉਹਨਾਂ ਨੇ ਹੋ ਸਕਦਾ ਵਾ ਕਿ ਹੈਲਥ ਇੰਸ਼ੋਰੈਂਸ ਲਈ ਹੋਵੇ, ਜਿਹਨੂੰ ਆਪਾਂ ਹੈਲਥ ਐਂਡ ਡੈਂਟਲ ਪਲਾਨ ਵੀ ਕਹਿ ਦਿੰਦੇ ਆ ਜੀ। ਉਹ ਜਾਣਨਾ ਚਾਹੁੰਦੇ ਨੇ ਵੀ ਜੇ ਆਲਰੇਡੀ ਸਾਡੇ ਕੋਲ ਹੈਲਥ ਐਂਡ ਡੈਂਟਲ ਪਲਾਨ ਹੈਗਾ ਤਾਂ ਸਾਨੂੰ ਫਿਰ ਕ੍ਰਿਟੀਕਲ ਇਲਨੈਸ ਦੀ ਕੀ ਜ਼ਰੂਰਤ ਹੈ ਜਾਂ ਕੀ ਅੰਤਰ ਕੀ ਇਹਨਾਂ ਦੇ ਵਿੱਚ? ਬਹੁਤ ਅੱਛਾ ਸਵਾਲ ਹੈ ਜੀ ਇਹ ਵੀ। ਹੈਲਥ ਐਂਡ ਡੈਂਟਲ ਪਲਾਨ ਜਿਹੜਾ ਜੀ ਉਹ ਤੁਹਾਨੂੰ ਲਮਸਮ ਅਮਾਊਂਟ ਨਹੀਂ ਪੇ ਕਰਦਾ, ਉਹ ਤੁਹਾਡੇ ਸਿਰਫ ਐਕਸਪੈਂਸਿਸ ਪੇ ਕਰਦਾ। ਬਿਲਕੁਲ। ਮੰਨ ਲਓ ਤੁਹਾਡੀ ਦਵਾਈਆਂ ਦਾ ਖਰਚਾ $100 ਮਹੀਨੇ ਦਾ ਤੁਹਾਡਾ ਦਵਾਈਆਂ ਦਾ ਖਰਚਾ, ਉਹ ਤੁਹਾਨੂੰ ਹੈਲਥ ਇੰਸ਼ੋਰੈਂਸ ਨੇ ਉਹ ਦੇਣਾ ਤੁਹਾਨੂੰ। ਤੁਹਾਡੇ ਦੰਦਾਂ ਦਾ ਇਲਾਜ ਤੁਸੀਂ ਕਰਾਉਣ ਗਏ, ਤੁਹਾਡਾ $500 ਤੁਹਾਡਾ ਦੰਦਾਂ ਦੇ ਲੱਗ ਗਿਆ, ਤੁਹਾਨੂੰ ਉਹ ਹੈਲਥ ਇੰਸ਼ੋਰੈਂਸ ਨੇ ਉਹ ਦੇਣਾ, ਅਗਰ ਤੁਹਾਡੇ ਕੋਲ ਹੈਲਥ ਐਂਡ ਡੈਂਟਲ ਪਲਾਨ ਹੈਗਾ। ਆਈ ਵਿਜ਼ਨ ਹੈ ਤੁਹਾਡਾ, ਅਗਰ ਆਈ ਵਿਜ਼ਨ ਤੁਸੀਂ ਚੈੱਕਅਪ ਕਰਾਉਣ ਜਾਣਾ, ਉਹ ਤੁਹਾਨੂੰ $75 $100 ਜਿੰਨੀ ਵੀ ਅਮਾਊਂਟ ਆ, ਜਿੰਨੇ ਦਾ ਤੁਹਾਡੇ ਕੋਲ ਪੈਕੇਜ ਆ, ਉਹ ਤੁਹਾਨੂੰ ਅਮਾਊਂਟ ਉਹਦੇ ਵਿੱਚ ਮਿਲਣੀ ਹੈ। ਬਿਲਕੁਲ। ਪਰ ਉਹਦੇ ਵਿੱਚ ਤੁਹਾਡਾ ਇੱਕ ਤਾਂ ਗੱਲ ਹੈ ਕਿ ਜੇ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਜਿਹੜੀ ਹੈ ਤੁਹਾਡੀ ਕੋਈ ਇੱਕ ਕ੍ਰਿਟੀਕਲ ਇਲਨੈਸ ਵਾਂਗੂ ਕੋਈ ਲੌਂਗ ਟਾਈਮ ਬਿਮਾਰੀ ਦਾ ਇਲਾਜ ਨਹੀਂ ਉਹਦੇ ਵਿੱਚ ਹੁੰਦਾ ਕੋਈ। ਠੀਕ ਹੈ ਜੀ। ਤੁਹਾਨੂੰ ਉਹ ਚੀਜ਼ ਦਾ ਬੈਨੀਫਿਟ ਨਹੀਂ ਇਹਦੇ ਵਿੱਚ ਹੁੰਦਾ। ਸੋ ਇਸ ਕਰਕੇ ਹੈਲਥ ਇੰਸ਼ੋਰੈਂਸ ਅਲੱਗ ਚੀਜ਼ ਹੈ, ਔਰ ਕ੍ਰਿਟੀਕਲ ਇਲਨੈਸ ਇੱਕ ਅਲੱਗ ਚੀਜ਼ ਹੈ। ਸੋ ਜੇ ਅਲੱਗ ਚੀਜ਼ਾਂ ਨੇ ਤਾਂ ਫਿਰ ਉਹਨਾਂ ਦੇ ਬੈਨੀਫਿਟ ਵੀ ਅਲੱਗ ਨੇ। ਡੈਫੀਨਿਟਲੀ। ਬਿਲਕੁਲ। ਤੇ ਜਿਹੜਾ ਮੇਰਾ ਅਗਲਾ ਸਵਾਲ ਹੈ ਜੀ ਉਹ ਹੈਗਾ ਵਾ ਕਿ ਜਿਹੜੀ ਇਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਆ, ਇਹ ਜੇਕਰ ਅਸੀਂ ਲਾਈਫ ਇੰਸ਼ੋਰੈਂਸ ਦੇ ਨਾਲ ਕਾਈਂਡ ਆਫ ਕੰਬੋ ਬਣਾ ਕੇ ਲਈਏ, ਇਹ ਤਾਂ ਬਿਹਤਰ ਆ ਜਾਂ ਇਸ ਨੂੰ ਆਪਾਂ ਸਟੈਂਡ ਅਲੋਨ ਲਈਏ ਤਾਂ ਬਿਹਤਰ ਆ? ਬਿਲਕੁਲ ਜੀ। ਇਹਦੇ 'ਚ ਵੀ ਮੈਂ ਤੁਹਾਨੂੰ ਇੱਕ ਬੜਾ ਵਧੀਆ ਮੈਂ ਤੁਹਾਨੂੰ ਇਹਦੇ ਦੱਸ ਰਿਹਾ ਕਿ ਇਹਦਾ ਰਿਜ਼ਲਟ ਕਿਸ ਤਰ੍ਹਾਂ ਦੇ ਹੁੰਦੇ ਆ। ਅਗਰ ਤਾਂ ਆਪਾਂ ਰਿਟਰਨ ਆਫ ਪ੍ਰੀਮੀਅਮ ਲੈਣਾ, ਠੀਕ ਹੈ ਜੀ, ਤਾਂ ਆਪਾਂ ਨੂੰ ਇਹ ਸਟੈਂਡ ਅਲੋਨ ਲੈਣੀ ਪੈਂਦੀ ਹੈ। ਅੱਛਾ ਜੀ। ਅਗਰ ਆਪਾਂ ਰਿਟਰਨ ਆਫ ਪ੍ਰੀਮੀਅਮ ਨਹੀਂ ਲੈਣਾ, ਫਿਰ ਆਪਾਂ ਇਹਨੂੰ ਲਾਈਫ ਇੰਸ਼ੋਰੈਂਸ ਦੇ ਨਾਲ ਆਪਾਂ ਇਹਨੂੰ ਐਡ ਕਰ ਸਕਦੇ ਹਾਂ। ਉਹਦੇ ਵਿੱਚ ਤੁਹਾਨੂੰ ਇਹ ਬੈਨੀਫਿਟ ਮਿਲ ਜਾਂਦਾ ਕਿ ਤੁਹਾਨੂੰ ਜਿਹੜੇ ਲਾਈਫ ਇੰਸ਼ੋਰੈਂਸ ਦਾ ਜਿਹੜੇ ਐਨੂਅਲ ਐਕਸਪੈਂਸਿਸ ਹੁੰਦੇ ਆ ਉਹ ਬਚ ਜਾਂਦੇ ਆ, ਪਾਲਿਸੀ ਫੀ ਬਚ ਜਾਂਦੀ ਆ, ਉਹ ਤੁਹਾਡੀ ਇੱਕ ਕਾਈਂਡ ਆਫ ਉਹ ਵੀ ਇੱਕ ਅਲੱਗ ਸੇਵਿੰਗ ਹੈ। ਠੀਕ ਹੈ ਜੀ। ਔਰ ਇਹਦੇ ਨਾਲ ਇੱਕ ਹੋਰ ਜੁੜਿਆ ਸਵਾਲ ਆ ਕਿ ਅਗਰ ਕਿਸੇ ਨੇ ਆਲਰੇਡੀ ਲਾਈਫ ਇੰਸ਼ੋਰੈਂਸ ਲਈ ਹੋਈ ਆ, ਕੀ ਉਹ ਕ੍ਰਿਟੀਕਲ ਇਲਨੈਸ ਨੂੰ ਐਡ ਆਨ ਕਰਵਾ ਸਕਦਾ ਜੀ? ਬਿਲਕੁਲ ਕਰਵਾ ਸਕਦਾ ਜੀ। ਉਹ ਤੁਹਾਡੀ ਆਪਣੀ ਹੈਲਥ ਔਰ ਤੁਹਾਡੀ ਹੈਲਥ ਕੰਡੀਸ਼ਨ ਤੇ ਡਿਪੈਂਡ ਕਰਦਾ ਉਸ ਵੇਲੇ ਤੁਸੀਂ ਕਿਸ ਏਜ ਦੇ ਵਿੱਚ ਕ੍ਰਿਟੀਕਲ ਇਲਨੈਸ ਐਡ ਕਰਨ ਜਾ ਰਹੇ ਹੋ। ਤੁਹਾਨੂੰ ਡੈਫੀਨੇਟਲੀ ਉਹ ਕੁਐਸਚਨ ਆਨਸਰ ਹੋਣਗੇ, ਤੁਹਾਡਾ ਬਲੱਡ ਟੈਸਟ, ਯੂਰਿਨ ਟੈਸਟ ਵਗੈਰਾ, ਉਹ ਅਕੋਰਡਿੰਗ ਟੂ ਯੋਰ ਏਜ ਐਂਡ ਯੋਰ ਅਮਾਊਂਟ ਦੇ ਉੱਤੇ ਡਿਪੈਂਡ ਕਰਦਾ। ਠੀਕ ਹੈ ਜੀ। ਬਾਬਾ ਜੀ ਕਾਫੀ ਵਧੀਆ ਵਿਸਥਾਰ ਸਹਿਤ ਚਰਚਾ ਹੋ ਗਈ। ਕ੍ਰਿਟੀਕਲ ਇਲਨੈਸ ਕੀ ਆ, ਇਹਦੀ ਕੀ ਜ਼ਰੂਰਤ ਆ, ਕੀ ਬੈਨੀਫਿਟ ਹੋ ਸਕਦੇ ਆ। ਇਸ ਤੋਂ ਇਲਾਵਾ ਸਾਡੇ ਦਰਸ਼ਕਾਂ ਨੂੰ ਕੋਈ ਇੰਸ਼ੋਰੈਂਸ ਨਾਲ ਰਿਲੇਟਡ ਕੋਈ ਅਹਿਮ ਜਾਣਕਾਰੀ ਤੁਸੀਂ ਦੇਣਾ ਚਾਹੋ? ਬਿਲਕੁਲ ਮਨਜੀਤ ਜੀ, ਇਸ ਵੇਲੇ ਫਿਰ ਉਹੀ ਗੱਲ ਆ ਜਾਂਦੀ, ਆਪਾਂ ਜਿਹੜੇ ਕੋਵਿਡ ਦੇ ਦੌਰ 'ਚੋਂ ਲੰਘ ਰਹੇ ਹਾਂ, ਹਰ ਪਹਿਰ 'ਤੇ ਆਪਾਂ ਨੂੰ ਕੋਈ ਨਾ ਕੋਈ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਆਪਾਂ ਕਿੱਥੇ ਕਿਸ ਮੁਸੀਬਤ ਦੇ ਵਿੱਚੋਂ ਲੰਘ ਸਕਦੇ ਹਾਂ। ਬਿਲਕੁਲ। ਔਰ ਉਹਨਾਂ ਸਾਰਿਆਂ ਨੂੰ ਇੱਕ ਪ੍ਰੀਕਾਸ਼ਨਰੀ ਮੇਜਰਸ ਦੇਣ ਵਾਸਤੇ ਆਪਣੇ ਕੋਲ ਇੰਸ਼ੋਰੈਂਸ ਹੋਣੀ ਬਹੁਤ ਲਾਜ਼ਮੀ ਹੈ। ਬਿਲਕੁਲ। ਔਰ ਇੰਸ਼ੋਰੈਂਸ ਦੇ ਵਿੱਚ ਆਪਣੇ ਕੋਲ 3
ਤਿੰਨ ਤਰ੍ਹਾਂ ਦੇ ਪੜਾਅ ਆਉਂਦੇ ਆ ਜੀ। ਇੱਕ ਹੈਗੀ ਲਾਈਫ ਇੰਸ਼ੋਰੈਂਸ, ਇੱਕ ਕ੍ਰਿਟੀਕਲ ਇਲਨੈਸ, ਇੱਕ ਡਿਸੇਬਿਲਿਟੀ। ਠੀਕ ਹੈ ਜੀ। ਇਹ ਤਿੰਨੇ ਇੰਸ਼ੋਰੈਂਸ ਜਿਹੜੇ ਇਹਨੂੰ 3 in 1 ਵੀ ਅਸੀਂ ਕਹਿੰਦੇ ਆ। ਅਸਲ ਦੇ ਵਿੱਚ ਤਾਂ ਗੱਲ ਇਹ ਹੈ ਕਿ 3 in 1 ਹੀ ਜ਼ਰੂਰੀ ਹੈ। ਠੀਕ ਹੈ ਜੀ। ਲਾਈਫ ਇੰਸ਼ੋਰੈਂਸ ਤੁਹਾਡੇ ਲਈ ਆਪਣੀ ਜਗ੍ਹਾ ਜ਼ਰੂਰੀ ਹੈ, ਕ੍ਰਿਟੀਕਲ ਇਲਨੈਸ ਆਪਣੀ ਜਗ੍ਹਾ ਜ਼ਰੂਰੀ ਹੈ, ਡਿਸੇਬਿਲਿਟੀ ਆਪਣੀ ਜਗ੍ਹਾ ਜ਼ਰੂਰੀ ਹੈ। ਠੀਕ ਹੈ ਜੀ। ਪਰ ਅੱਜ ਦੇ ਦੌਰ ਨੂੰ ਦੇਖਦਿਆਂ ਹੋਇਆਂ ਮੈਂ ਇੱਕ ਸਭ ਤੋਂ ਜ਼ਰੂਰੀ ਚੀਜ਼ ਸਮਝਦਾ ਕਿ ਲਾਈਫ ਇੰਸ਼ੋਰੈਂਸ ਤੁਸੀਂ ਭਾਵੇਂ $1,00,000 ਘੱਟ ਲੈ ਲਓ, ਪਰ ਤੁਹਾਡੇ ਕੋਲ ਕ੍ਰਿਟੀਕਲ ਇਲਨੈਸ ਹੋਣੀ ਬਹੁਤ ਜ਼ਰੂਰੀ ਹੈ। ਠੀਕ ਹੈ ਜੀ। ਕਿਉਂਕਿ ਤੁਹਾਨੂੰ ਪਤਾ ਹੀ ਨਹੀਂ, ਆਪਾਂ ਨੂੰ ਇਹ ਕੋਵਿਡ ਨੇ ਆਪਾਂ ਨੂੰ ਇੱਕ ਬੜਾ ਵੱਡਾ ਸਬਕ ਦਿੱਤਾ ਕਿ ਤੁਹਾਨੂੰ ਕ੍ਰਿਟੀਕਲ ਇਲਨੈਸ ਕਿਸ ਵੇਲੇ ਕਦੋਂ ਆ ਜਾਣੀ ਹੈ, ਯੂ ਨੈਵਰ ਨੋ। ਬਿਲਕੁਲ। ਲਾਈਫ ਐਂਡ ਡੈਥ ਦਾ ਤਾਂ ਚਲੋ ਇਹ ਹੈ ਨਾ ਕਿ ਜਦੋਂ ਡੈਥ ਹੋ ਗਈ ਤਾਂ ਹੋ ਗਈ, ਤੇ ਕੰਮ ਮੁੱਕ ਗਿਆ। ਉਹ ਇੰਸ਼ੋਰੈਂਸ ਜਿਹੜੀ ਆ ਉਹ ਤਾਂ ਤੁਹਾਡੇ ਬੱਚਿਆਂ ਵਾਸਤੇ ਤੁਹਾਨੂੰ ਇਹ ਆ ਕਿ ਚਲੋ ਜਿਹੜੇ ਤੁਹਾਡੇ ਸਿਰ ਤੇ ਡੈਥਸ ਹੈਗੇ ਆ ਬੱਚੇ, ਉਹ ਤੋਂ ਰਾਹਤ ਲੈ ਸਕਦੇ ਨੇ, ਤੁਹਾਨੂੰ ਉਹ ਬੈਨੀਫਿਟ ਉੱਥੇ ਮਿਲ ਜਾਂਦਾ। ਪਰ ਫੈਮਿਲੀ ਵਾਸਤੇ ਬੈਨੀਫੀਸ਼ੀਅਲ ਹੋ ਜਾਂਦਾ ਜੀ। ਪਰ ਕ੍ਰਿਟੀਕਲ ਇਲਨੈਸ ਜਿਹੜੀ ਉਹ ਤਾਂ ਆਪਣੇ ਜਿਉਂਦੇ ਜੀ ਆਪਾਂ ਨੂੰ ਆਪਣੇ ਵਾਸਤੇ ਜ਼ਰੂਰੀ ਹੈ। ਠੀਕ ਹੈ ਜੀ। ਇਸ ਕਰਕੇ ਇਹਦੀ ਅਹਿਮੀਅਤ ਮੇਰੀ ਨਜ਼ਰ ਦੇ ਵਿੱਚ ਇਹਦੀ ਅਹਿਮੀਅਤ ਜ਼ਿਆਦਾ। ਜਾਣ ਤੋਂ ਪਹਿਲਾਂ ਜੀ ਸਾਡੇ ਦਰਸ਼ਕਾਂ ਨਾਲ ਇੱਕ ਵਾਰ ਫੋਨ ਨੰਬਰ ਤੇ ਸੰਪਰਕ ਜਿਹੜਾ ਤੁਹਾਡਾ ਹੈਗਾ ਉਹ ਦੁਬਾਰਾ ਸਾਂਝੇ ਕਰ ਦਿਓ ਜੀ। ਮੇਰਾ ਫੋਨ ਨੰਬਰ ਹੈ ਜੀ 7802666161 780 266 6161। ਸਾਡੇ ਐਡਮਿੰਟਨ ਆਫਿਸ ਦਾ ਐਡਰੈਸ ਹੈ ਜੀ 9130 34 A ਐਵੀਨਿਊ ਨਾਰਥ ਵੈਸਟ, ਐਡਮਿੰਟਨ, ਅਲਬਰਟਾ। ਪਰ ਇੱਕ ਹੋਰ ਬੜੀ ਇੱਕ ਅਹਿਮ ਜਾਣਕਾਰੀ ਮੈਂ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦਾ, ਕਿਉਂਕਿ ਕੋਵਿਡ ਦਾ ਦੌਰ ਚੱਲ ਰਿਹਾ, ਅਸੀਂ ਪ੍ਰੀਕਾਸ਼ਨਸ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ। ਬਿਲਕੁਲ। ਔਰ ਜਿਸ ਤਰ੍ਹਾਂ ਕਿ ਆਪਣੇ ਹੈਲਥ ਗਾਈਡਲਾਈਨਸ ਆਪਾਂ ਨੂੰ ਮਿਲੀਆਂ ਹੋਈਆਂ ਨੇ, ਇੱਕ ਤਾਂ ਸਾਡੇ ਕੋਲ ਆਉਣ ਤੋਂ ਪਹਿਲਾਂ ਸਾਨੂੰ ਫੋਨ ਕਰਕੇ ਜ਼ਰੂਰ ਆਓ, ਤਾਂ ਕਿ ਤੁਹਾਨੂੰ ਆ ਕੇ ਕਿਸੇ ਸੋਸ਼ਲ ਡਿਸਟੈਂਸਿੰਗ ਦਾ ਅਸੀਂ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੁੰਦੇ ਹਾਂ, ਤਾਂ ਕਿ ਤੁਹਾਨੂੰ ਆ ਕੇ ਕਿਸੇ ਇੰਤਜ਼ਾਰ ਨਾ ਕਰਨਾ ਪਵੇ, ਬਾਹਰ ਨਾ ਵੇਟ ਕਰਨੀ ਪਵੇ। ਕਿ ਵੈਸੇ ਵੀ ਹੁਣ ਸਰਦੀ ਦਾ ਮੌਸਮ ਆ ਗਿਆ, ਆਪਾਂ ਬਾਹਰ ਵੀ ਨਹੀਂ ਖੜੇ ਹੋ ਸਕਦੇ ਆਫਿਸ ਦੇ। ਨੋ ਡਾਊਟ ਕਿ ਸਾਡੇ ਕੋਲ ਬਹੁਤ ਜਗ੍ਹਾ ਆਫਿਸ ਦੇ ਵਿੱਚ, ਬਹੁਤ ਵੱਡਾ ਆਫਿਸ ਹੈ, ਪਰ ਮੈਂ ਫਿਰ ਵੀ ਚਾਹਾਂਗਾ ਕਿ ਤੁਸੀਂ ਸਾਨੂੰ ਫੋਨ ਕਰਕੇ ਆਓ, ਤਾਂ ਕਿ ਅਸੀਂ ਲਿਮਟਿਡ ਐਂਟਰੀਜ਼ ਹੀ ਅਲਾਉ ਕਰਦੇ ਹਾਂ ਆਪਣੇ ਆਫਿਸ ਦੇ ਅੰਦਰ। ਦੂਸਰੀ ਚੀਜ਼, ਆਉਂਦਿਆਂ ਸਾਰ ਸਾਡੇ ਆਫਿਸ ਦੇ ਵਿੱਚ ਫਰੰਟ ਡੈਸਕ ਦੇ ਉੱਤੇ ਆਪਣੇ ਹੈਂਡ ਸੈਨੀਟਾਈਜ਼ਰ ਪਏ ਨੇ। ਤੁਸੀਂ ਆਪਣੇ ਹੈਂਡ ਸੈਨੀਟਾਈਜ਼ ਕਰਨੇ, ਆਉਂਦਿਆਂ ਸਾਰ ਵੀ ਕਰਨੇ ਤੇ ਜਾਣ ਲੱਗਿਆਂ ਵੀ ਕਰਨੇ, ਤਾਂ ਕਿ ਤੁਸੀਂ ਕਿਸੇ ਕਿਸਮ ਦੀ, ਅਸੀਂ ਇਹ ਨਹੀਂ ਚਾਹੁੰਦੇ ਕਿ ਅਣਗਹਿਲੀ ਨਾ ਵਰਤੀ ਜਾਵੇ, ਤਾਂ ਕਿ ਤੁਸੀਂ ਆਪਣਾ ਵੀ ਔਰ ਦੂਸਰਿਆਂ ਦਾ ਵੀ ਤੁਸੀਂ ਪੂਰੀ ਤਰ੍ਹਾਂ ਆਪਣਾ ਪ੍ਰੀਕਾਸ਼ਨ ਲੈ ਸਕੋ। ਬਿਲਕੁਲ। ਬਾਬਾ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਮਾਂ ਕੱਢਿਆ, ਔਰ ਖਾਸ ਕਰਕੇ ਕ੍ਰਿਟੀਕਲ ਇਲਨੈਸ, ਖਾਸ ਕਰਕੇ ਇਸ ਕ੍ਰਿਟੀਕਲ ਟਾਈਮ ਦੇ ਵਿੱਚ ਜਿਹੜੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਮਨਜੀਤ ਜੀ, ਧੰਨਵਾਦ। ਔਰ ਸਾਰੇ ਹੀ ਜਿਹੜੇ ਇਸ ਵੇਲੇ ਦਰਸ਼ਕ ਸਾਨੂੰ ਇਸ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਦੇਖ ਰਹੇ ਨੇ, ਉਹਨਾਂ ਦਾ ਮੈਂ ਅਤੀ ਧੰਨਵਾਦੀ ਹਾਂ। ਆਸ ਕਰਦਾ ਹਾਂ ਕਿ ਇਹ ਇਨਫੋਰਮੇਸ਼ਨ ਜਿਹੜੀ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਆ, ਕਿ ਤੁਸੀਂ ਇਸ ਤੋਂ ਜ਼ਰੂਰ ਫਾਇਦਾ ਉਠਾਓਗੇ। ਔਰ ਕਿਸੇ ਵੀ ਕਿਸਮ ਦੀ ਤੁਹਾਨੂੰ ਹੋਰ ਕੋਈ ਜਾਣਕਾਰੀ ਦੀ ਲੋੜ ਹੋਵੇ, ਤੁਸੀਂ ਮੇਰੇ ਫੋਨ ਨੰਬਰ 'ਤੇ ਸੰਪਰਕ ਕਰ ਸਕਦੇ ਹੋ 780 266 6161 7802666161। ਸਾਰਿਆਂ ਦਾ ਰੱਬ ਰਾਖਾ। ਸੋ ਇਹ ਸਨ ਸਰਦਾਰ ਜਗਜੀਤ ਸਿੰਘ ਜੀ ਬਾਵਾ, ਜਿਹੜੇ ਕਿ ਪੰਜਾਬ ਇੰਸ਼ੋਰੈਂਸ ਐਡਮਿੰਟਨ ਦੇ ਸੀਨੀਅਰ ਮੈਨੇਜਰ ਹਨ, ਔਰ ਇਹਨਾਂ ਨੇ ਅੱਜ ਸਾਡੇ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵੱਖ-ਵੱਖ ਪਹਿਲੂਆਂ ਉੱਪਰ ਵਿਚਾਰ ਚਰਚਾ ਕੀਤੀ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ, ਔਰ ਅਸੀਂ ਆਉਣ ਵਾਲੇ ਐਪੀਸੋਡਸ ਦੇ ਵਿੱਚ ਹੋਰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ। ਮਨਜੀਤ ਸਿੰਘ ਫਿਰਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਧੰਨਵਾਦ।